सत श्री अकाल प्यारे बच्चों, मैं बलजिंदर कौर वोकेशनल ट्रेनर। अज आपां जिस विषय ते गल करन जा रहे हाँ वो है इंट्रोडक्शन टू टूरिज्म एंड हॉस्पिटैलिटी इंडस्ट्री कि टूरिज्म हुंदा की है ते हॉस्पिटैलिटी इंडस्ट्री की है। इस दे विच आपां पढ़ांगे टूरिज्म दे बारे, टूरिस्ट, एक्सकर्शनिस्ट, विजिटर, रिक्रिएशन, लेजर, टाइप्स ऑफ टूरिज्म, कैटगरीज, एज बारे पढ़ांगे, अम्यूजमेंट पार्क्स, कैसीनोज, हेरिटेज साइट्स, फेयर्स एंड फेस्टिवल्स ऑफ इंडिया, टाइप्स ऑफ अकोमोडेशन, टाइप्स ऑफ रूम्स, फ्रंट ऑफिस रोल इन होटल, फंक्शंस ऑफ ट्रैवल डेस्क। टूरिज्म हुंदा की है? टूरिज्म तो भाव है जदों कोई परसन अपनी पक्की रहन वाली जगह तो किसी होर जगह ते किसी भी कारण करके जाता है, उन्होंने टूरिज्म कहा जाता है। टूरिज्म मीनस पीपल ट्रैवलिंग फॉर फन। जोड़े लोग ने वो फन दे लिए ट्रैवल करते हैं, मौज मस्ती दे लिए ट्रैवल करते हैं। इट इनकलूड्स एक्टिविटीज़, ये की करते हैं, साइट सीइंग करते हैं, देखते हैं आला दुआला, एंड कैंपिंग करते हैं। पीपल हू ट्रैवल फॉर फन आर कॉल्ड टूरिस्ट। जोड़े लोग ने वो मौज मस्ती दे लिए यात्रा करते हैं, उन्होंने टूरिस्ट कहा जाता। प्लेसिस वेयर मैनी टूरिस्ट स्टे आर कॉल्ड रिजॉर्ट्स। जिथे ज़्यादा मात्रा दे विच यात्री ने, जोड़े टूरिस्ट ने, वो रहिंदे ने, उन्होंने रिजॉर्ट्स कहा जाता वो जगह नूं। Places that people go for tourism are called tourist destinations. Tourist destinations वो हुंदे ने जिथे जिहड़ी जगह नूं लोग देखण दे लई जांदे ने, वो हुंदा टूरिस्ट डेस्टिनेशन। हुण तुसीं समझ गए टूरिस्ट कौन हुंदा? जिहड़ा फन दे लई ट्रैवल करदा, यात्रा करदा, ਉਹਨੂੰ ਅਸੀਂ ਟੂਰਿਸਟ ਕਹਿੰਦੇ ਹਾਂ। ਜਿਹੜੀ ਜਗ੍ਹਾ 'ਤੇ ਜਾ ਕੇ ਉਹ ਰਹਿੰਦਾ ਉਹਨੂੰ ਰਿਜ਼ੋਰਟਸ ਜਾਂ ਹੋਟੇਲਸ 'ਤੇ ਕਹਿੰਦੇ ਹਾਂ। ਐਂਡ ਜਿਹੜੀ ਜਗ੍ਹਾ ਉਹ ਦੇਖਣ ਦੇ ਲਈ ਜਾਂਦਾ ਉਹਨੂੰ ਟੂਰਿਸਟ ਡੈਸਟੀਨੇਸ਼ਨ ਕਹਿੰਦੇ ਹਾਂ। ਟੂਰਿਸਟ ਇਜ਼ ਸਮਵਨ ਹੂ ਟਰੈਵਲਸ ਫॉर ਪਲੇਜ਼ਰ ਰੈਦਰ ਦੈਨ ਫॉर ਬਿਜ਼ਨਸ। ਜਿਹੜਾ ਟੂਰਿਸਟ ਹੁੰਦਾ ਉਹ ਆਪਣੀ ਖੁਸ਼ੀ ਦੇ ਲਈ ਟਰੈਵਲ ਕਰਦਾ, ਨਾ ਕਿ ਬਿਜ਼ਨਸ ਪਰਪਸ ਦੇ ਲਈ। ਜਿਹੜੇ ਬਿਜ਼ਨਸ ਦੇ ਲਈ ਟਰੈਵਲ ਕਰਦੇ ਨੇ ਉਹ ਬਿਜ਼ਨਸ ਟੂਰਿਜ਼ਮ ਹੁੰਦਾ, ਉਹ ਬਿਜ਼ਨਸ ਟੂਰਿਸਟ ਹੁੰਦੇ ਨੇ। ਬਟ ਇੱਥੇ ਅਸੀਂ ਗੱਲ ਕਰ ਰਹੇ ਹਾਂ ਇਕੱਲੇ ਟੂਰਿਸਟ ਦੀ। ਇਕੱਲਾ ਟੂਰਿਸਟ ਉਹ ਹੁੰਦਾ ਜਿਹੜਾ ਕਿ ਆਪਣੀ ਆਤਮਿਕ ਸ਼ਾਂਤੀ ਦੇ ਲਈ, ਖੁਸ਼ੀ ਦੇ ਲਈ, ਆਨੰਦ ਦੀ ਪ੍ਰਾਪਤੀ ਦੇ ਲਈ ਟਰੈਵਲ ਕਰਦਾ, ਉਹ ਹੁੰਦਾ ਟੂਰਿਸਟ ਭਾਵ ਯਾਤਰੀ। ਵਾਈਲ ਐਕਸਕਰਸ਼ਨਿਸਟ ਕੌਣ ਹੁੰਦਾ? ਐਕਸਕਰਸ਼ਨਿਸਟ ਉਹ ਪਰਸਨ ਹੁੰਦਾ ਹੂ ਗੋਜ਼ ਐਂਡ ਐਕਸਕਰਸ਼ਨਸ ਅ ਟਰੈਵਲਰ ਔਰ ਟੂਰਿਸਟ। ਐਕਸਕਰਸ਼ਨਿਸਟ ਉਹ ਹੁੰਦਾ ਜਿਹੜਾ ਕਿ 24 ਘੰਟਿਆਂ ਦੇ ਦੌਰਾਨ ਵਾਪਿਸ ਆ ਜਾਏ, ਆਪਣੀ ਪੱਕੀ ਰਹਿਣ ਵਾਲੀ ਜਗ੍ਹਾ 'ਤੇ ਵਾਪਿਸ ਆ ਜਾਏ, ਭਾਵ ਇੱਕ ਦਿਨ ਦੇ ਲਈ ਜਿਹੜਾ ਯਾਤਰਾ ਕਰਦਾ ਉਹ ਐਕਸਕਰਸ਼ਨਿਸਟ ਹੁੰਦਾ। ਮਤਲਬ ਸੇਮ ਡੇ ਜਾ ਕੇ ਸੇਮ ਡੇ ਵਾਪਿਸ ਆਉਣਾ, ਉਹ ਹੁੰਦਾ ਐਕਸਕਰਸ਼ਨਿਸਟ। ਵਿਜ਼ਿਟਰ ਕੌਣ ਹੁੰਦਾ? ਅ ਵਿਜ਼ਿਟਰ ਇਜ਼ ਅ ਟਰੈਵਲਰ ਟੇਕਿੰਗ ਅ ਟ੍ਰਿਪ ਟੂ ਅ ਮੇਨ ਡੈਸਟੀਨੇਸ਼ਨ। ਜਿਹੜਾ ਕਿ ਇੱਕ ਕਿਸੇ ਖਾਸ ਦੇਖਣ ਵਾਲੀ ਜਗ੍ਹਾ 'ਤੇ ਜਾਂਦਾ ਉਹ ਹੁੰਦਾ ਵਿਜ਼ਿਟਰ। ਆਊਟਸਾਈਡ ਹਿਜ਼ ਹਰ ਯੂਜੂਅਲ ਇਨਵਾਇਰਮੈਂਟ, ਮਤਲਬ ਜਿੱਥੇ ਉਹ ਰਹਿੰਦਾ ਉਹਦੇ ਤੋਂ ਬਾਹਰ ਜਿਹੜੀ ਜਗ੍ਹਾ 'ਤੇ ਉਹ ਘੁੰਮਣ ਦੇ ਲਈ ਜਾਂਦਾ, ਠੀਕ ਹੈ, ਉਸ ਜਿਹੜੇ ਡੈਸਟੀਨੇਸ਼ਨ 'ਤੇ ਉਹ ਘੁੰਮਣ ਦੇ ਲਈ ਜਾਂਦਾ ਉਹ ਵਿਜ਼ਿਟਰ, ਉਹਨੂੰ ਅਸੀਂ ਵਿਜ਼ਿਟਰ ਕਹਿੰਦੇ ਹਾਂ। ਕੋਈ ਵੀ ਪਰਸਨ ਜਿਹੜਾ ਆਪਣੀ ਯੂਜੂਅਲ ਇਨਵਾਇਰਮੈਂਟ ਤੋਂ, ਜਿੱਥੇ ਉਹ ਡੇਲੀ ਰਹਿੰਦਾ, ਉੱਥੋਂ ਬਿਨਾਂ ਕਿਸੇ ਹੋਰ ਜਗ੍ਹਾ 'ਤੇ ਘੁੰਮਣ ਜਾਵੇ, ਉਹ ਹੁੰਦਾ ਵਿਜ਼ਿਟਰ। ਜਿਹਦਾ ਕਿ ਸਮਾਂ ਕਿੰਨਾ ਹੋ ਸਕਦਾ? ਫॉर ਲੈਸ ਦੈਨ ਅ ਈਅਰ, ਜਿਹੜਾ ਕਿ 1 ਸਾਲ ਤੋਂ ਘੱਟ ਹੋਵੇ। ਫॉर ਐਨੀ ਮੇਨ ਪਰਪਸ, ਕਿਸੇ ਵੀ ਪਰਪਸ ਦੇ ਲਈ ਹੋ ਸਕਦਾ। ਵਿਜ਼ਿਟਰ ਆ ਜਿਹੜਾ ਬਿਜ਼ਨਸ ਦੇ ਲਈ ਵੀ ਹੋ ਸਕਦਾ, ਲੇਜ਼ਰ ਦੇ ਲਈ ਵੀ ਹੋ ਸਕਦਾ, ਜਾਂ ਫਿਰ ਹੋਰ ਆਪਦੇ ਕੋਈ ਪਰਸਨਲ ਪਰਪਸ, ਜਿਵੇਂ ਕਿ ਕੋਈ ਆਪਣੀ ਫੈਮਿਲੀ ਨੂੰ ਮਿਲਣ ਜਾ ਰਿਹਾ ਜਾਂ ਆਪਣੇ ਫਰੈਂਡਸ ਨੂੰ ਮਿਲਣ ਜਾ ਰਿਹਾ। other than employed by a resident entirely in the country or place visited। ਮਤਲਬ ਉੱਥੇ ਜਾ ਕੇ ਉਹਦਾ ਜਿਹੜਾ ਕੰਮ ਆ ਉਹ ਨੌਕਰੀ ਕਰਨਾ ਨਹੀਂ ਹੁੰਦਾ, ਸਿਰਫ ਉੱਥੇ ਜਾ ਕੇ ਘੁੰਮਣ ਦਾ ਹੁੰਦਾ। ਹੁਣ ਅਸੀਂ ਇੱਕ ਵਾਰੀ ਦੁਬਾਰਾ ਫੇਰ ਸਲਾਈਡਸ ਪਹਿਲਾਂ ਵਾਲੀਆਂ ਦੇਖਾਂਗੇ ਕਿ ਹੁਣ ਫਰਕ ਕੀ ਹੁੰਦਾ। ਟੂਰਿਸਟ ਜਿਹੜਾ ਪਰਸਨ ਆ ਉਹ
ਆਪਣੇ ਫਨ ਦੇ ਲਈ ਟਰੈਵਲ ਕਰੇ, ਜਿੱਥੇ ਕਿ ਉਹ ਐਕਟੀਵਿਟੀਜ਼ ਕਰੇ ਸੱਚ ਐਜ਼ ਸਾਈਟ ਸੀਇੰਗ ਅਤੇ ਕੈਂਪਿੰਗ, ਉਹਨੂੰ ਅਸੀਂ ਟੂਰਿਸਟ ਕਹਿੰਦੇ ਹਾਂ। ਐਕਸਕਰਸ਼ਨਿਸਟ ਹੁੰਦਾ ਜਿਹੜਾ ਸੇਮ ਡੇ ਜਾ ਕੇ ਸੇਮ ਡੇ ਵਾਪਿਸ ਆ ਜਾਏ। ਐਂਡ ਵਿਜ਼ਿਟਰ ਹੁੰਦਾ ਜਿਹੜਾ ਕਿ ਕਿਸੇ ਵੀ ਕਾਰਨ ਕਰਕੇ ਆਪਣੀ ਪੱਕੀ ਰਹਿਣ ਵਾਲੀ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ 'ਤੇ ਘੁੰਮਣ ਦੇ ਲਈ ਜਾਵੇ, 1 ਸਾਲ ਤੋਂ ਘੱਟ ਦਾ ਸਮਾਂ ਹੋਵੇ ਅਤੇ ਉੱਥੇ ਜਾ ਕੇ ਉਹ ਕੰਮ ਨਾ ਕਰੇ, ਉਹ ਹੁੰਦਾ ਵਿਜ਼ਿਟਰ। ਇਹ ਐਕਟੀਵਿਟੀਜ਼ ਨੇ ਜਿਹੜੀਆਂ ਲੋਕ ਰੀਕ੍ਰੀਏਸ਼ਨ ਜਾਂ ਲੇਜ਼ਰ ਦੇ ਲਈ ਕਰਦੇ ਨੇ। ਸਨੋ ਸਕੀਇੰਗ ਕਰਦੇ ਨੇ, ਰਿਵਰ ਰਾਫਟਿੰਗ ਕਰਦੇ ਨੇ, ਮਾਊਂਟੇਨ ਕਲਾਈਮਿੰਗ ਕਰਦੇ ਨੇ, ਸਕਾਈ ਡਾਈਵਿੰਗ ਕਰਦੇ ਨੇ, ਠੀਕ ਹੈ। ਇਹ ਸਾਰੀਆਂ ਉਹ ਐਕਟੀਵਿਟੀਜ਼ ਨੇ। ਹੁਣ ਅਸੀਂ ਪੜ੍ਹਾਂਗੇ ਕਿ ਰੀਕ੍ਰੀਏਸ਼ਨ ਐਂਡ ਲੇਜ਼ਰ ਦੇ ਵਿੱਚ ਕੀ ਫ਼ਰਕ ਹੁੰਦਾ। ਰੀਕ੍ਰੀਏਸ਼ਨ ਕੀ ਹੁੰਦਾ ਐਂਡ ਲੇਜ਼ਰ ਕੀ ਹੁੰਦਾ। ਰੀਕ੍ਰੀਏਸ਼ਨ ਹੁੰਦਾ ਇੰਡਲਜਿੰਗ ਇਨ ਥ੍ਰਿਲਿੰਗ ਐਂਡ ਐਗਜ਼ਿਸਟਿੰਗ ਐਕਟੀਵਿਟੀਜ਼ ਟੂ ਡਰਾਈਵ ਸਮ ਪਲੇਜ਼ਰ ਐਂਡ ਹੈਵ ਫਨ ਇਨ ਵਨਸ ਲੇਜ਼ਰ ਟਾਈਮ। ਰੀਕ੍ਰੀਏਸ਼ਨ ਉਹ ਹੁੰਦਾ ਜਦੋਂ ਅਸੀਂ ਕੋਈ ਐਵੇਂ ਦੀਆਂ ਦਿਲ ਦਹਿਲਾਉਣ ਵਾਲੀਆਂ ਐਕਟੀਵਿਟੀਜ਼ ਕਰਦੇ ਹਾਂ। ਆਪਣੇ ਫ੍ਰੀ ਟਾਈਮ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਐਕਟੀਵਿਟੀਜ਼ ਭਾਵ ਕਿਰਿਆਵਾਂ, ਉਹਨੂੰ ਅਸੀਂ ਰੀਕ੍ਰੀਏਸ਼ਨ ਕਹਿੰਦੇ ਹਾਂ। ਕਾਹਦੇ ਲਈ ਕਰਦੇ ਹਾਂ? ਫॉर ਆਰ ਫਨ ਜਾਂ ਪਲੇਜ਼ਰ ਦੇ ਲਈ, ਆਪਣੇ ਆਨੰਦ ਦੇ ਲਈ ਜਾਂ ਫਿਰ ਮੌਜ ਮਸਤੀ ਦੇ ਲਈ। ਅਤੇ ਲੇਜ਼ਰ ਹੁੰਦਾ ਦ ਸਪੇਅਰ ਔਰ ਰੈਸਟ ਟਾਈਮ ਇਨ ਦ ਡੇਲੀ ਲਾਈਫ ਆਫ ਅ ਪਰਸਨ ਵੈਨ ਹੀ ਇਜ਼ ਨਾਟ ਆਕਿਊਪਾਈਡ ਬਾਈ ਵਰਕ, ਸਟੱਡੀਜ਼, ਸਲੀਪ ਐਕਸੈਕਟਰਾ। ਲੇਜ਼ਰ ਉਹ ਹੁੰਦਾ ਉਹ ਫ੍ਰੀ ਟਾਈਮ, ਉਹ ਵਿਹਲਾ ਟਾਈਮ ਜਾਂ ਫਿਰ ਉਹ ਰੈਸਟ ਦਾ ਟਾਈਮ ਜਿਹੜਾ ਇੱਕ ਪਰਸਨ ਆਪਣੀ ਡੇਲੀ ਲਾਈਫ ਦੇ ਵਿੱਚੋਂ, ਡੇਲੀ ਬਿਜ਼ੀ ਆ ਕੋਈ ਵੀ ਪਰਸਨ ਜਿਹੜਾ ਉਸ ਬਿਜ਼ੀ ਲਾਈਫ ਦੇ ਵਿੱਚੋਂ ਜੋ ਵਿਹਲਾ ਟਾਈਮ ਆ, ਜੋ ਉਹਦਾ ਫ੍ਰੀ ਟਾਈਮ ਆ, ਰੈਸਟ ਕਰਨ ਦਾ ਟਾਈਮ ਆ, ਉਹਨੂੰ ਅਸੀਂ ਲੇਜ਼ਰ ਟਾਈਮ ਕਹਿੰਦੇ ਹਾਂ। ਉਹ ਲੇਜ਼ਰ ਟਾਈਮ ਦੇ ਵਿੱਚ ਉਹ ਕੁਛ ਵੀ ਕਰ ਸਕਦਾ, ਠੀਕ ਹੈ। ਉਹ ਫੋਰ ਐਗਜ਼ਾਮਪਲ ਆਪਾਂ ਲੇਜ਼ਰ ਟਾਈਮ ਦੇ ਵਿੱਚ TV ਦੇਖਦੇ ਹਾਂ ਜਾਂ ਕੁਛ ਹੋਰ ਕਰਦੇ ਹਾਂ। ਕੁਛ ਲੋਕ ਕੀ ਕਰਦੇ ਨੇ, ਟਰੈਵਲ ਕਰਦੇ ਨੇ, ਠੀਕ ਹੈ। ਵੀਕਐਂਡਸ ਦੇ ਉੱਪਰ ਜਦੋਂ ਛੁੱਟੀਆਂ ਆਉਂਦੀਆਂ ਨੇ ਜੂਨ ਦੀਆਂ ਜਾਂ ਹੋਰ ਜਿਹੜੀਆਂ ਵੀ ਛੁੱਟੀਆਂ ਆਉਂਦੀਆਂ ਨੇ, ਉਹਦੇ ਵਿੱਚ ਉਹ ਆਪਣੇ ਫ੍ਰੀ ਟਾਈਮ ਦੇ ਵਿੱਚ ਭਾਵ ਆਪਣੇ ਲੇਜ਼ਰ ਟਾਈਮ ਦੇ ਵਿੱਚ ਉਹ ਐਕਟੀਵਿਟੀਜ਼ ਕਰਦੇ ਨੇ। ਉਹ ਹੁੰਦਾ ਰੀਕ੍ਰੀਏਸ਼ਨ ਐਂਡ ਲੇਜ਼ਰ ਹੁੰਦਾ ਆਪਣਾ ਫ੍ਰੀ ਟਾਈਮ। ਅੱਗੇ ਅਸੀਂ ਪੜ੍ਹਾਂਗੇ ਟਾਈਪਸ ਆਫ ਟੂਰਿਜ਼ਮ। ਜਿਹੜਾ ਟੂਰਿਜ਼ਮ ਆ ਉਹ ਕਿੰਨੇ ਤਰ੍ਹਾਂ ਦਾ ਹੁੰਦਾ। ਫਸਟ ਆਫ ਆਲ ਜਿਹੜਾ ਟੂਰਿਜ਼ਮ ਆ ਉਹ ਡਿਵਾਈਡ ਹੋਇਆ 2 ਪਾਰਟਸ ਦੇ ਵਿੱਚ, ਦੈਨ ਫਰਦਰ ਇਹ ਫਿਰ 2 ਪਾਰਟਸ ਦੇ ਵਿੱਚ ਡਿਵਾਈਡ ਹੋਇਆ। ਜਿਹੜੇ ਮੇਨ 2 ਪਾਰਟਸ ਨੇ ਉਹ ਹੈਗੇ ਨੇ ਇੰਟਰਨੈਸ਼ਨਲ ਟੂਰਿਜ਼ਮ ਐਂਡ ਨੈਕਸਟ ਹੈ ਡੋਮੈਸਟਿਕ ਟੂਰਿਜ਼ਮ। ਇੰਟਰਨੈਸ਼ਨਲ ਟੂਰਿਜ਼ਮ ਭਾਵ ਆਪਣੇ ਦੇਸ਼ ਦੀ ਹੱਦ, ਆਪਣੇ ਦੇਸ਼ ਦੀਆਂ ਬਾਊਂਡਰੀਜ਼ ਕ੍ਰੋਸ ਕਰਕੇ ਜਦੋਂ ਅਸੀਂ ਟਰੈਵਲ ਕਰਦੇ ਹਾਂ। ਐਂਡ ਡੋਮੈਸਟਿਕ ਟੂਰਿਜ਼ਮ ਹੈ ਜੋ ਉਹ ਹੁੰਦਾ ਜਦੋਂ ਕੋਈ ਵੀ ਪਰਸਨ ਆਪਣੇ ਦੇਸ਼ ਦੀ ਹੱਦ ਦੇ ਅੰਦਰ ਭਾਵ ਬਾਊਂਡਰੀਜ਼ ਦੇ ਅੰਡਰ ਰਹਿ ਕੇ ਟਰੈਵਲ ਕਰਦਾ, ਉਹ ਹੁੰਦਾ ਡੋਮੈਸਟਿਕ ਟੂਰਿਜ਼ਮ। ਇੰਟਰਨੈਸ਼ਨਲ ਟੂਰਿਜ਼ਮ ਦੀ ਐਗਜ਼ਾਮਪਲ ਹੈ ਭਾਵ ਕੋਈ ਵੀ ਭਾਰਤ ਦਾ ਵਿਅਕਤੀ ਅਮੈਰੀਕਾ ਟੂਰਿਜ਼ਮ ਦੇ ਲਈ ਜਾ ਰਿਹਾ ਤਾਂ ਉਹ ਇੰਟਰਨੈਸ਼ਨਲ ਟੂਰਿਜ਼ਮ ਆ। ਐਂਡ ਡੋਮੈਸਟਿਕ ਟੂਰਿਜ਼ਮ ਇੰਡੀਆ ਦੇ ਵਿੱਚ ਹੀ ਯਾਤਰਾ ਕਰਨੀ। ਫੋਰ ਐਗਜ਼ਾਮਪਲ ਕੋਈ ਦਿੱਲੀ ਦਾ ਪਰਸਨ ਜੈਪੁਰ ਜਾਂ ਰਾਜਸਥਾਨ ਘੁੰਮਣ ਦੇ ਲਈ ਜਾ ਰਿਹਾ, ਉਹਨੂੰ ਅਸੀਂ ਡੋਮੈਸਟਿਕ ਟੂਰਿਜ਼ਮ ਕਹਿੰਦੇ ਹਾਂ। ਇੰਟਰਨੈਸ਼ਨਲ ਟੂਰਿਜ਼ਮ ਆ ਜਿਹੜਾ ਉਹ ਫਰਦਰ 2 ਪਾਰਟਸ ਦੇ ਵਿੱਚ ਡਿਵਾਈਡ ਹੋਇਆ ਇਨਬਾਊਂਡ ਟੂਰਿਜ਼ਮ ਐਂਡ ਆਊਟਬਾਊਂਡ ਟੂਰਿਜ਼ਮ। ਇਨਬਾਊਂਡ ਟੂਰਿਜ਼ਮ, ਇਨਬਾਊਂਡ, ਇਨ ਤੋਂ ਭਾਵ ਹੈ ਆਉਣਾ, ਆਊਟ ਜਾਣਾ। ਇਨਬਾਊਂਡ ਟੂਰਿਜ਼ਮ ਹੁੰਦਾ ਜਦੋਂ ਕੋਈ ਕਿਸੇ ਹੋਰ ਦੇਸ਼ ਦਾ ਵਿਅਕਤੀ ਭਾਵ ਕੋਈ ਬਾਹਰਲਾ ਵਿਅਕਤੀ ਸਾਡੇ ਦੇਸ਼ ਦੇ ਵਿੱਚ ਆ ਕੇ ਯਾਤਰਾ ਕਰਦਾ ਹੈ। ਆਪਾਂ ਕੀਤਾ ਨਾ ਇਨ ਮਤਲਬ ਅੰਦਰ ਆਉਣਾ, ਹੈ ਨਾ। ਤਾਂ ਇਸ ਹਿਸਾਬ ਦੇ ਨਾਲ ਜਦੋਂ ਕੋਈ ਬਾਹਰਲਾ ਵਿਅਕਤੀ ਸਾਡੇ ਦੇਸ਼ ਅੰਦਰ ਆਉਂਦਾ ਹੈ ਉਹਨੂੰ ਅਸੀਂ ਇਨਬਾਊਂਡ ਟੂਰਿਜ਼ਮ ਕਹਿੰਦੇ ਹਾਂ। ਫੋਰ ਐਗਜ਼ਾਮਪਲ UK ਦਾ ਕੋਈ ਵਿਅਕਤੀ ਇੰਡੀਆ ਦੇ ਵਿੱਚ ਸੈਰ ਸਪਾਟਾ ਕਰਨ ਦੇ ਲਈ ਆ ਰਿਹਾ ਹੈ ਤਾਂ ਉਹ ਇਨਬਾਊਂਡ ਟੂਰਿਜ਼ਮ ਦੇ ਵਿੱਚ ਆਉਂਦਾ ਹੈ। ਐਂਡ ਆਊਟਬਾਊਂਡ ਟੂਰਿਜ਼ਮ, ਆਊਟ ਮੀਨਸ ਬਾਹਰ ਜਾਣਾ। ਜਦੋਂ ਕੋਈ ਸਾਡੇ ਦੇਸ਼ ਦਾ ਵਿਅਕਤੀ ਕਿਸੇ ਹੋਰ ਦੇਸ਼ ਦੇ ਵਿੱਚ ਯਾਤਰਾ ਕਰਨ ਦੇ ਲਈ ਜਾਂਦਾ ਹੈ ਉਹਨੂੰ ਅਸੀਂ ਆਊਟਬਾਊਂਡ ਟੂਰਿਜ਼ਮ ਕਹਿੰਦੇ ਹਾਂ। ਫੋਰ ਐਗਜ਼ਾਮਪਲ ਇੰਡੀਆ ਦਾ ਕੋਈ ਵਿਅਕਤੀ, ਭਾਰਤ ਦਾ ਕੋਈ ਵਿਅਕਤੀ ਦੁਬਈ ਦੇ ਵਿੱਚ ਸੈਰ ਸਪਾਟਾ ਕਰਨ ਦੇ ਲਈ ਜਾ ਰਿਹਾ ਹੈ ਤਾਂ ਉਹ ਆਊਟਬਾਊਂਡ ਟੂਰਿਜ਼ਮ ਦੇ ਲਈ ਜਾ ਰਿਹਾ ਹੈ। some most important forms of tourism are following as। ਹੋਰ ਅੱਗੇ ਟੂਰਿਜ਼ਮ ਆ ਜਿਹੜਾ ਉਹਦੀਆਂ ਕਿਹੜੀਆਂ ਫਾਰਮਸ ਨੇ। ਐਡਵੈਂਚਰ ਟੂਰਿਜ਼ਮ,
एटॉमिक टूरिज़म, बाईसाइकिल टूअर्स, बीच टूरिज़म, कल्चरल टूरिज़म ਜਿਹੜੇ ਲੋਕ ਕਲਚਰ ਦੇਖਣ ਦੇ ਲਈ ਜਾਂਦੇ ਨੇ, ਇਕੋ ਟੂਰਿਜ਼ਮ ਭਾਵ ਨੇਚਰ ਨੂੰ ਬਿਨਾਂ ਇਫੈਕਟ ਕੀਤੇ ਜਿਹੜਾ ਟੂਰਿਜ਼ਮ ਕਰਦੇ ਆ, ਜੀਓ ਟੂਰਿਜ਼ਮ, ਇੰਡਸਟਰੀਅਲ ਟੂਰਿਜ਼ਮ, ਮੈਡੀਕਲ ਟੂਰਿਜ਼ਮ, ਮੈਡੀਕਲ ਪਰਪਸਿਸ ਦੇ ਲਈ ਕੋਈ ਪਰਸਨ ਜਾਂਦਾ, ਆਪਣੀ ਹੈਲਥ ਚੈੱਕਅਪਸ ਦੇ ਲਈ ਜਾਂਦੇ ਨੇ, ਰਿਲੀਜੀਅਸ ਟੂਰਿਜ਼ਮ, ਰੂਰਲ ਟੂਰਿਜ਼ਮ, ਰਿਹਾਇਸ਼ੀ ਪਿੰਡ ਨੇ ਜਿਹੜੇ ਉਹ ਦੇਖਣ ਦੇ ਲਈ ਜਾਂਦੇ ਨੇ ਲੋਕ, ਸਪੇਸ ਟੂਰਿਜ਼ਮ, ਸਪੋਰਟਸ ਟੂਰਿਜ਼ਮ, ਸਸਟੇਨੇਬਲ ਟੂਰਿਜ਼ਮ, ਵਰਚੁਅਲ ਟੂਰਿਜ਼ਮ, ਵਾਰ ਟੂਰਿਜ਼ਮ, ਵਾਈਲਡ ਲਾਈਫ ਟੂਰਿਜ਼ਮ। ਇਹ ਸਾਰੀਆਂ ਕੀ ਨੇ, ਟੂਰਿਜ਼ਮ ਦੀਆਂ ਫਾਰਮਸ ਨੇ। ਨੈਕਸਟ ਹੈ ਕੰਪੋਨੈਂਟਸ ਆਫ ਟੂਰਿਜ਼ਮ। ਟੂਰਿਜ਼ਮ ਆ ਜਿਹੜਾ ਉਹ ਹੋਰ ਕਿਹੜੇ ਭਾਗਾਂ ਦੇ ਨਾਲ ਜੁੜਿਆ ਹੋਇਆ, ਇਹਨੂੰ ਅਸੀਂ 5 A's ਵੀ ਕਹਿ ਦਿੰਦੇ ਹਾਂ। ਐਂਡ ਇਹ ਮੋਸਟ ਇੰਪੋਰਟੈਂਟ ਟੋਪਿਕ ਹੈ ਟੂਰਿਜ਼ਮ ਇੰਡਸਟਰੀ ਦੇ ਵਿੱਚ। ਅਤੇ ਉਹ 5 A's ਹੈਗੀਆਂ ਨੇ, ਅਕੋਮੋਡੇਸ਼ਨ, ਐਕਸੈਸਿਬਿਲਿਟੀ, ਐਮੈਨਿਟੀਜ਼, ਅਟਰੈਕਸ਼ਨ ਐਂਡ ਐਕਟੀਵਿਟੀਜ਼। ਇਹ 5 A's ਨੇ ਟੂਰਿਜ਼ਮ ਦੀਆਂ। ਫਸਟ ਆਫ ਆਲ ਅਸੀਂ ਪੜ੍ਹਾਂਗੇ ਐਕਸੈਸਿਬਿਲਿਟੀ। ਐਂਡ ਧਿਆਨ ਰੱਖਣਾ ਕਿ ਜੇ ਇਹਨੂੰ ਅਸੀਂ 5 A's ਕਿਉਂ ਕਹਿੰਦੇ ਹਾਂ, ਕਿਉਂਕਿ ਇਹਨਾਂ ਦਾ ਜਿਹੜਾ ਸਟਾਰਟਿੰਗ ਲੈਟਰ ਆ ਉਹ ਤੁਸੀਂ ਦੇਖ ਸਕਦੇ ਹੋ, ਉਹ ਸਾਰਾ A ਦੇ ਨਾਲ ਹੀ ਸ਼ੁਰੂ ਹੁੰਦਾ, ਇਸ ਕਰਕੇ ਇਹਨੂੰ ਅਸੀਂ 5 A's ਦੇ ਨਾਲ ਡੋਨੇਟ ਕਰਦੇ ਹਾਂ। ਫਸਟ ਨੰਬਰ 'ਤੇ ਆਉਂਦਾ ਐਕਸੈਸਿਬਿਲਿਟੀ। ਐਕਸੈਸਿਬਿਲਿਟੀ ਦਾ ਮਤਲਬ ਹੁੰਦਾ ਐਕਸੈਸ। ਐਕਸੈਸ ਤੋਂ ਭਾਵ ਹੈ ਪਹੁੰਚ, ਕਿ ਉੱਥੇ ਤੱਕ ਜਿਹੜੀ ਪਹੁੰਚ ਆ ਕਿਸੇ ਵੀ ਟੂਰਿਸਟ ਜਗ੍ਹਾ 'ਤੇ ਉਹ ਕਿਵੇਂ ਹੋ ਸਕਦੀ ਹੈ। Accessibility refers to the transport and transport infrastructure to reach a predefined destination. Predefined destination ਮਤਲਬ ਜਿਹੜਾ ਅਸੀਂ ਪਹਿਲਾਂ ਸੋਚਿਆ ਹੋਇਆ ਕਿ ਉੱਥੇ ਜਾਣਾ, ਉਹਦੇ ਲਈ ਜਿਹੜਾ ਅਸੀਂ ਟਰਾਂਸਪੋਰਟ ਵਰਤਦੇ ਹਾਂ ਜਾਂ ਫਿਰ ਟਰਾਂਸਪੋਰਟ ਇਨਫਰਾਸਟਰਕਚਰ ਭਾਵ ਕਿ ਰੋਡਸ, ਉਹ ਉਹਨਾਂ ਦੀ ਪਹੁੰਚ। ਟੂਰਿਸਟ ਲੁੱਕ ਫॉर ਕੰਫਰਟ ਐਂਡ ਹੈਜ਼ਲ ਫ੍ਰੀ ਟਰੈਵਲ। ਜਿਹੜੇ ਟੂਰਿਸਟ ਨੇ, ਯਾਤਰੀ ਨੇ, ਉਹ ਕੀ ਚਾਹੁੰਦੇ ਨੇ ਕਿ ਜਿਹੜਾ ਟਰੈਵਲ ਆ, ਅਸੀਂ ਯਾਤਰਾ ਕਰਨਾ, ਉਹ ਬਿਲਕੁਲ ਕੋਈ ਹੈਜ਼ਲ ਨਾ ਹੋਣ, ਉਹਦੇ ਵਿੱਚ ਕੋਈ ਰੁਕਾਵਟਾਂ ਨਾ ਆਉਣ, ਅਤੇ ਉਹ ਬਿਲਕੁਲ ਕੰਫਰਟੇਬਲੀ ਅਸੀਂ ਟਰੈਵਲ ਕਰ ਸਕੀਏ। ਅਪਾਰਟ ਫਰੋਮ ਕੰਫਰਟ ਐਂਡ ਹੈਜ਼ਲ ਫ੍ਰੀ ਟਰੈਵਲ, ਇਸ ਤੋਂ ਬਿਨਾਂ ਟੂਰਿਸਟ ਸ਼ੁੱਡ ਆਲਸੋ ਲੁੱਕ ਇਨਟੂ ਕੰਫਰਟ, ਕਾਸਟ, ਕਨਵੀਨੀਅੰਸ, ਟਾਈਮ ਫॉर ਟਰੈਵਲਿੰਗ। ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਟੂਰਿਸਟ ਕੰਸੀਡਰ ਕਰਦੇ ਨੇ? ਕਾਸਟ ਵੀ ਕੰਸੀਡਰ ਕਰਦੇ ਨੇ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਵੀ ਨਾ ਹੋਵੇ, ਕਨਵੀਨੀਅੰਟ ਹੋਵੇ ਉਹਨਾਂ ਨੂੰ, ਮਤਲਬ ਉਹਨਾਂ ਨੂੰ ਜਾਣਾ ਆਉਣਾ ਈਜ਼ੀ ਹੋਵੇ, ਟਾਈਮ ਵੀ ਸੂਟੇਬਲ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਜਿਹੜੀਆਂ ਜੋ ਵੀ ਉਹ ਬੱਸਿਸ, ਜੋ ਵੀ ਉਹ ਮੀਨਸ ਆਫ ਟਰਾਂਸਪੋਰਟ ਯੂਜ਼ ਕਰਦੇ ਨੇ, ਉਹਨਾਂ ਦੇ ਅਕੋਰਡਿੰਗ ਆ ਜਿਹੜੀ ਟਾਈਮਿੰਗ ਉਹਨਾਂ ਦੀ, ਉਸ ਹਿਸਾਬ ਦੇ ਉਹਨਾਂ ਦੇ ਅਕੋਰਡਿੰਗਲੀ ਹੋਣੀ ਚਾਹੀਦੀ ਆ। ਐਂਡ ਸੇਫਟੀ ਵੀ ਹੋਣੀ ਚਾਹੀਦੀ ਆ ਐਜ਼ ਅਦਰ ਇੰਪੋਰਟੈਂਟ ਫੈਕਟਰਸ ਵਿਚ ਨੀਡ ਟੂ ਬੀ ਕੰਸੀਡਰਡ ਬਿਫੋਰ ਅੰਡਰਟੇਕਿੰਗ। ਇਹ ਸਾਰੇ ਜਿਹੜੇ ਫੈਕਟਰਸ ਨੇ, ਉਹ ਇੱਕ ਜਿਹੜਾ ਯਾਤਰੀ ਆ ਉਹ ਫੈਕਟਰਸ ਨੇ ਜਿਹੜੇ ਉਹ ਦਿਮਾਗ 'ਚ ਲੈ ਕੇ ਚੱਲਦਾ ਕਿ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਹੁਣ ਅਸੀਂ ਇੱਥੇ ਐਗਜ਼ਾਮਪਲ ਲੈਂਦੇ ਹਾਂ ਤਾਜ ਮਹਿਲ। ਕੋਈ ਪਰਸਨ ਆ, ਉਹ ਕੋਈ ਯਾਤਰੀ ਆ, ਉਹਨੇ ਤਾਜ ਮਹਿਲ ਵਿਜ਼ਿਟ ਕਰਨ ਦੇ ਲਈ ਜਾਣਾ, ਤਾਂ ਤਾਜ ਮਹਿਲ ਕੀ ਆ, ਇੱਕ ਟੂਰਿਸਟ ਡੈਸਟੀਨੇਸ਼ਨ ਆ। ਉੱਥੇ ਜਾਣ ਦੇ ਲਈ ਉਹਨੂੰ ਕੋਈ ਨਾ ਕੋਈ ਮੀਨਸ ਆਫ ਟਰਾਂਸਪੋਰਟ ਯੂਜ਼ ਕਰਨਾ ਪੈਣਾ। ਦੇ ਹੈਵ ਟੂ ਗੋ ਬਾਈ ਬੱਸ, ਕਾਰ, ਕਿਸੇ ਵੀ ਮੀਨਸ ਆਫ ਟਰਾਂਸਪੋਰਟ 'ਤੇ ਜਾਣਾ ਉਹਨੂੰ ਪੈਣਾ। ਠੀਕ ਹੈ, ਇਹ ਤਾਂ ਨਹੀਂ ਕਿ ਉੱਥੇ ਹੁਣ ਤਾਜ ਮਹਿਲ ਤੱਕ ਉਹ ਪਹੁੰਚ ਕਿਵੇਂ ਸਕਦਾ ਜੇ ਉੱਥੇ ਜਾਣ ਦਾ ਕੋਈ ਸਾਧਨ ਹੋਊਗਾ, ਚਾਹੇ ਉਹ ਬੱਸ ਹੋਵੇ ਜਾਂ ਟ੍ਰੇਨ ਹੋਵੇ। ਐਂਡ ਰੋਡਸ ਨੇ ਜਿਹੜੇ, ਉਹ ਵੀ ਉੱਥੇ ਤੱਕ ਹੋਣੇ ਚਾਹੀਦੇ ਨੇਗੇ। ਹੁਣ ਐਵੇਂ ਪੋਸੀਬਲ ਨਹੀਂ ਕਿ ਤਾਜ ਮਹਿਲ ਬਣਿਆ ਹੋਇਆ ਬਟ ਉੱਥੇ ਤੱਕ ਪਹੁੰਚਣ ਦੇ ਲਈ ਰੋਡ ਹੀ ਨਹੀਂ ਹੈ, ਜਾਂ ਉੱਥੇ ਤੱਕ ਪਹੁੰਚਣ ਦੇ ਲਈ ਉੱਥੇ ਕੋਈ ਬੱਸਿਸ ਨਹੀਂ ਜਾਂਦੀਆਂ ਜਾਂ ਟ੍ਰੇਨਸ ਨਹੀਂ ਜਾਂਦੀਆਂ, ਫਿਰ ਉੱਥੇ ਤੱਕ ਜਿਹੜਾ ਪਹੁੰਚਣਾ ਉਹ ਨਾਮੁਮਕਿਨ ਹੋ ਜਾਂਦਾ। ਇਸ ਕਰਕੇ ਕੋਈ ਵੀ ਜਿਹੜਾ ਟੂਰਿਸਟ ਡੈਸਟੀਨੇਸ਼ਨ ਹੈ, ਉੱਥੇ ਪਹੁੰਚਣ ਦੇ ਲਈ ਵਧੀਆ ਰੋਡਸ ਅਤੇ ਮੀਨਸ ਆਫ ਟਰਾਂਸਪੋਰਟ ਹੋਣਾ ਜ਼ਰੂਰੀ ਆ। ਅਕੋਮੋਡੇਸ਼ਨ ਦਾ ਭਾਵ ਹੈ ਕਿ ਉੱਥੇ ਰਿਹਾਇਸ਼ ਹੋਣੀ ਬਹੁਤ ਜ਼ਰੂਰੀ ਆ। ਅਕੋਮੋਡੇਸ਼ਨ ਪਲੇਜ਼ ਅ ਮੇਜਰ ਰੋਲ ਇਨ ਡਿਵੈਲਪਮੈਂਟ ਐਂਡ ਇਮੇਜ ਆਫ ਟੂਰਿਜ਼ਮ। ਐਵਰੀ ਟਰੈਵਲਰ ਨੀਡਸ ਅ ਕੰਫਰਟੇਬਲ ਐਂਡ ਸੇਫ ਪਲੇਸ ਟੂ ਸਟੇ ਐਂਡ ਰਿਲੈਕਸ। ਹਰ ਇੱਕ ਜਿਹੜਾ ਯਾਤਰੀ ਉਹ ਕੀ ਚਾਹੁੰਦਾ ਕਿ ਕੰਫਰਟੇਬਲ ਜਗ੍ਹਾ ਰਹਿਣ ਦੇ ਲਈ ਹੋਵੇ ਅਤੇ ਸੇਫ ਹੋਵੇ। ਹੋਰ ਕਿਹੜੇ ਫੈਕਟਰਸ ਦੇਖਦੇ ਨੇ ਉਹ? ਟੂਰਿਸਟ ਲੁੱਕ ਫॉर ਕਲੀਨ, ਸਾਫ਼ ਹੋਵੇ, ਹਾਈਜੀਨ ਹੋਵੇ, ਵੈਲ ਮੇਨਟੇਨਡ ਰੂਮਸ ਹੋਣ, ਅਤੇ ਜਿਹੜੇ ਸਟਾਫ ਆ ਉਹ ਵੈਲ ਟ੍ਰੇਨਡ ਹੋਵੇ,
ਤੇ ਬੈਡਸ ਨੇ ਜਿਹੜੇ ਕੰਫਰਟੇਬਲ ਹੋਣ, ਜਿਹੜੇ ਬੈਡਸ ਦਾ ਲਿਨਨ ਆ ਉਹ ਬਿਲਕੁਲ ਕਲੀਨ ਹੋਵੇ, ਸਾਫ਼ ਹੋਵੇ। ਐਂਡ ਸੈਨੀਟਰੀ ਫੈਸਿਲਿਟੀਜ਼ ਉੱਥੇ ਹੋਣੀਆਂ ਚਾਹੀਦੀਆਂ ਨੇ, ਵਾਟਰ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਨੇ, ਹੌਟ ਐਂਡ ਕੋਲਡ ਵਾਟਰ ਸਪਲਾਈ ਹੋਣੀ ਚਾਹੀਦੀ ਆ। ਅਤੇ ਹੋਰ ਉੱਥੇ ਜੋ ਵੀ ਇੱਕ ਟੂਰਿਸਟ ਦੀਆਂ ਨੀਡਸ ਨੇ ਉਹ ਫੁਲਫਿਲ ਕਰਦਾ ਹੋਇਆ ਅਕੋਮੋਡੇਸ਼ਨ ਆ ਜਿਹੜੀ ਹੋਣੀ ਚਾਹੀਦੀ ਆ। ਹੁਣ ਬੱਚਿਓ, ਵਿਦਆਊਟ ਅਕੋਮੋਡੇਸ਼ਨ ਵੀ ਕੋਈ ਟੂਰਿਸਟ ਜਿਹੜਾ ਡੈਸਟੀਨੇਸ਼ਨ ਆ ਉਹ ਟੂਰਿਸਟ ਨੇ ਜਿਹੜੇ ਤੱਕ ਨਹੀਂ ਜਾ ਸਕਦੇ ਇਫ ਦੇਅਰ ਇਜ਼ ਨੋ ਅਕੋਮੋਡੇਸ਼ਨ। ਕਿਉਂਕਿ ਕੋਈ ਵੀ ਪਰਸਨ ਆ ਜੇ ਉਹ ਤਾਜ ਮਹਿਲ ਦੇਖਣ ਦੇ ਲਈ ਜਾਊਗਾ, ਜੇ ਤਾਂ ਉਹ ਲੋਕਲ ਆ ਫਿਰ ਤਾਂ ਉਹ ਵਾਪਿਸ ਆਪਣੇ ਘਰ ਆ ਜਾਊਗਾ, ਬਟ ਜਿਹੜੇ ਕੋਈ ਦੂਰ ਦੇ ਟੂਰਿਸਟ ਨੇ ਉਹਨਾਂ ਨੂੰ ਉੱਥੇ ਰਹਿਣ ਦੇ ਲਈ ਜਗ੍ਹਾ ਤਾਂ ਚਾਹੀਦੀ ਹੈ ਨਾ, ਇਸ ਕਰਕੇ ਅਕੋਮੋਡੇਸ਼ਨ ਦਾ ਹੋਣਾ ਵੀ ਜ਼ਰੂਰੀ ਆ। ਅਮੈਨਿਟੀਜ਼ ਦਾ ਭਾਵ ਹੈ ਫੈਸਿਲਿਟੀਜ਼। ਉੱਥੇ ਹੋਰ ਵੀ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਨੇ, ਮੀਨਸ ਕਿ ਉੱਥੇ ਖਾਣ ਦੇ ਲਈ ਰੈਸਟੋਰੈਂਟਸ ਹੋਣੇ ਚਾਹੀਦੇ ਨੇ, ਕਿਉਂਕਿ ਫੂਡ ਆ ਜਿਹੜਾ ਉਹ ਹਰ ਇੱਕ ਪਰਸਨ ਦੀ ਨੈਸੈਸਿਟੀ ਆ, ਨੀਡ ਆ। ਫੂਡ ਤੋਂ ਬਿਨਾਂ ਕੋਈ ਵੀ ਪਰਸਨ ਰਹਿ ਨਹੀਂ ਸਕਦਾ, ਇਸ ਕਰਕੇ ਉੱਥੇ ਰੈਸਟੋਰੈਂਟਸ ਵੀ ਹੋਣੇ ਚਾਹੀਦੇ ਨੇਗੇ। ਉੱਥੇ ਪੀਣ ਲਈ ਸਾਫ਼ ਪਾਣੀ ਵੀ ਹੋਣਾ ਚਾਹੀਦਾ, ਨੈਟਵਰਕ ਹੋਣਾ ਚਾਹੀਦਾ ਤਾਂ ਕਿ ਕੋਈ ਪਰਸਨ ਉਹਨੂੰ ਨੈਟਵਰਕ ਦੇ ਵਿੱਚ ਪ੍ਰੋਬਲਮ ਨਾ ਆਵੇ, ਕਮਿਊਨੀਕੇਸ਼ਨ ਕਰਨ ਦੇ ਵਿੱਚ। ਲੋਕਲ ਟਰਾਂਸਪੋਰਟ ਵੀ ਹੋਣਾ ਚਾਹੀਦਾ, ਹੋ ਸਕਦਾ ਉਹਨੇ ਲੋਕਲ ਕਿਤੇ ਜਾਣਾ ਹੋਵੇ ਤਾਂ ਉਹਨੂੰ ਉੱਥੇ ਟਰਾਂਸਪੋਰਟ ਦੀ ਵੀ ਜ਼ਰੂਰਤ ਪੈਂਦੀ ਆ। ATM ਮਸ਼ੀਨਸ ਹੋਣੀਆਂ ਚਾਹੀਦੀਆਂ ਨੇ, ਪੀਣ ਵਾਲਾ ਪਾਣੀ ਹੋਣਾ ਚਾਹੀਦਾ, ਹੌਸਪੀਟਲਸ ਹੋਣੇ ਚਾਹੀਦੇ ਨੇ, ਮੈਡੀਕਲ ਫੈਸਿਲਿਟੀਜ਼। ਹੋ ਸਕਦਾ ਕਿਸੇ ਟਾਈਮ ਉਹ ਬਿਮਾਰ ਹੋ ਜਾਏ ਤਾਂ ਉਹਨੂੰ ਮੈਡੀਕਲ ਫੈਸਿਲਿਟੀਜ਼ ਨੇ ਜਿਹੜੀਆਂ ਉਹ ਵੀ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਨੇ। ਇਹ ਸਾਰੀਆਂ ਐਮੈਨਿਟੀਜ਼ ਨੇ, ਇਹਨਾਂ ਤੋਂ ਬਿਨਾਂ ਜਿਹੜਾ ਟੂਰਿਜ਼ਮ ਉਹ ਪੋਸੀਬਲ ਨਹੀਂ। ਹੁਣ ਦੇਖੋ, ਟੂਰਿਸਟ ਡੈਸਟੀਨੇਸ਼ਨ ਹੈ ਬਟ ਜੇ ਉੱਥੇ ਪਹੁੰਚਣ ਦੇ ਲਈ ਰਸਤਾ ਹੀ ਨਹੀਂ ਹੈ ਤਾਂ ਉਹ ਟੂਰਿਸਟ ਡੈਸਟੀਨੇਸ਼ਨ ਦਾ ਕੋਈ ਫਾਇਦਾ ਨਹੀਂ। ਪਹੁੰਚਣ ਦੇ ਲਈ ਰਸਤਾ ਹੈ, ਟੂਰਿਸਟ ਡੈਸਟੀਨੇਸ਼ਨ ਹੈ, ਬਟ ਉੱਥੇ ਰਹਿਣ ਦੇ ਲਈ ਕੋਈ ਰਿਹਾਇਸ਼ ਦੇ ਲਈ ਜਗ੍ਹਾ ਨਹੀਂ ਹੈ ਤਾਂ ਵੀ ਉਹ ਚੀਜ਼ ਦਾ ਕੋਈ ਫਾਇਦਾ ਨਹੀਂ। ਐਂਡ ਐਮੈਨਿਟੀਜ਼, ਜੇ ਉੱਥੇ ਸੇਫਟੀ ਵੀ ਹੈ ਨਹੀਂ ਜਾਂ ਫਿਰ ਉੱਥੇ ਪੀਣ ਵਾਲਾ ਪਾਣੀ ਹੈ ਨਹੀਂ ਤਾਂ ਵੀ ਜਿਹੜਾ ਟੂਰਿਜ਼ਮ ਆ ਉਹ ਕੰਪਲੀਟ ਨਹੀਂ ਹੋ ਸਕਦਾ। ਨੈਕਸਟ ਹੈ ਅਟਰੈਕਸ਼ਨਸ। ਹੁਣ ਅਸੀਂ ਜਿਹੜਾ ਪਿੱਛੇ ਪੜ੍ਹ ਕੇ ਆਏ ਹਾਂ ਐਮੈਨਿਟੀਜ਼, ਐਕਸੈਸਿਬਿਲਿਟੀ ਐਂਡ ਅਕੋਮੋਡੇਸ਼ਨ, ਫੋਰ ਐਗਜ਼ਾਮਪਲ ਸਾਡੇ ਕੋਲ ਉਹ ਤਿੰਨੇ ਚੀਜ਼ਾਂ ਅਵੇਲੇਬਲ ਨੇ ਬਟ ਟੂਰਿਸਟ ਡੈਸਟੀਨੇਸ਼ਨ ਹੀ ਨਹੀਂ ਹੈ, ਭਾਵ ਉੱਥੇ ਤਾਜ ਮਹਿਲ ਜੇ ਹੈਗਾ ਹੀ ਨਹੀਂ ਤਾਂ ਪਰਸਨ ਕਿੱਥੇ ਜਾਊਗਾ। ਇਸ ਕਰਕੇ ਟੂਰਿਸਟ ਅਟਰੈਕਸ਼ਨ ਦਾ ਹੋਣਾ ਵੀ ਜ਼ਰੂਰੀ ਆ। ਇਹ ਜਿਹੜੇ 5 ਕੰਪੋਨੈਂਟਸ ਨੇ ਇਹ ਆਪਸ ਦੇ ਵਿੱਚ ਜੁੜੇ ਹੋਏ ਨੇ, ਜੇ ਇਹਨਾਂ ਦੇ ਵਿੱਚੋਂ ਇੱਕ ਵੀ ਮਿਸ ਹੁੰਦਾ ਤਾਂ ਜਿਹੜਾ ਟੂਰਿਜ਼ਮ ਉਹ ਪ੍ਰੋਪਰ ਨਹੀਂ ਮੰਨਿਆ ਜਾਊਗਾ, ਤਾਂ ਜਿਹੜਾ ਟੂਰਿਜ਼ਮ ਆ ਉਹ ਸਕਸੈਸਫੁਲ ਨਹੀਂ ਹੋਊਗਾ। ਅਟਰੈਕਸ਼ਨਸ ਤੋਂ ਭਾਵ ਹੈ ਉੱਥੇ ਦੇਖਣ ਦੇ ਲਈ ਜਗ੍ਹਾ ਦਾ ਹੋਣਾ ਵੀ ਜ਼ਰੂਰੀ ਆ। ਜਗ੍ਹਾ ਕੋਈ ਵੀ ਹੋ ਸਕਦੀ ਹੈ, ਨੈਚੁਰਲ ਅਟਰੈਕਸ਼ਨ ਵੀ ਹੋ ਸਕਦੀ ਹੈ, ਮੈਨ ਮੇਡ ਵੀ ਹੋ ਸਕਦੀ ਹੈ, ਕਲਚਰਲ ਵੀ ਹੋ ਸਕਦੀ ਹੈ। ਨੈਚੁਰਲ ਦਾ ਭਾਵ ਹੈ ਜਿਹੜੇ ਕੁਦਰਤ ਵੱਲੋਂ ਬਣਾਈਆਂ ਹੋਈਆਂ ਅਟਰੈਕਸ਼ਨਸ ਨੇ, ਜਿਵੇਂ ਕਿ ਬੀਚਿਸ ਹੋ ਗਈਆਂ, ਇਹ ਕੁਦਰਤੀ ਬਣਾਈਆਂ ਹੋਈਆਂ ਨੇ। ਮੈਨ ਮੇਡ, ਤਾਜ ਮਹਿਲ ਜਿਹਦੀ ਅਸੀਂ ਪਹਿਲਾਂ ਤੋਂ ਐਗਜ਼ਾਮਪਲ ਲੈਂਦੇ ਆ ਰਹੇ ਹਾਂ, ਠੀਕ ਹੈ। ਅਤੇ ਕਲਚਰਲ ਜਿਵੇਂ ਕਿ ਚੌਕੀਦਾਨੀ ਜੈਪੁਰ ਦੇ ਵਿੱਚ ਹੈਗੀ ਤਾਂ ਮੈਨ ਮੇਡ ਅਟਰੈਕਸ਼ਨ ਆ, ਬਟ ਫਰਦਰ ਕਿਹਦੇ ਵਿੱਚ ਆ ਗਈ ਉਹ ਕਲਚਰਲ ਦੇ ਵਿੱਚ। ਉਹ ਸਾਰਾ ਰਾਜਸਥਾਨ ਦਾ ਜਿਹੜਾ ਕਲਚਰ ਆ ਉਹ ਡਿਫਾਈਨ ਕਰਦੀ ਹੈ। ਐਂਡ ਐਕਟੀਵਿਟੀਜ਼ ਨੇ ਜਿਹੜੀਆਂ ਉੱਥੇ ਕਈ ਤਰ੍ਹਾਂ ਦੀਆਂ ਜਿਹੜੇ ਟੂਰਿਸਟ ਡੈਸਟੀਨੇਸ਼ਨਸ ਨੇ ਉਹ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਬੋਟਿੰਗ, ਰਿਵਰ ਰਾਫਟਿੰਗ, ਸਪਾਸ। ਇਹ ਸਾਰੀਆਂ ਐਕਟੀਵਿਟੀਜ਼ ਨੇ ਜਿਹੜੀਆਂ ਇੱਕ ਟੂਰਿਸਟ ਅਟਰੈਕਸ਼ਨ 'ਤੇ ਹੋ ਸਕਦੀਆਂ ਨੇ। ਨੈਕਸਟ ਹੈ ਅਮਿਊਜ਼ਮੈਂਟ ਪਾਰਕਸ। ਅਮਿਊਜ਼ਮੈਂਟ ਪਾਰਕਸ ਕੀ ਹੁੰਦੇ ਨੇ? ਅਮਿਊਜ਼ਮੈਂਟ ਪਾਰਕ ਇਜ਼ ਅ ਪਾਰਕ ਦੈਟ ਫੀਚਰਸ ਵੇਰੀਅਸ ਅਟਰੈਕਸ਼ਨਸ, ਜਿੱਥੇ ਕਿ ਕਾਫੀ ਜ਼ਿਆਦਾ ਕੇਂਦਰਿਤ ਫੀਚਰਸ ਹੁੰਦੇ ਨੇ, ਸਚ ਐਜ਼ ਰਾਈਡਸ ਹੁੰਦੇ ਨੇ, ਝੂਲੇ ਹੁੰਦੇ ਨੇ, ਗੇਮਸ ਹੁੰਦੇ ਨੇ, ਐਜ਼ ਵੈਲ ਐਜ਼ ਅਦਰ ਉੱਥੇ ਕੋਈ ਈਵੈਂਟਸ ਹੁੰਦੇ ਨੇ ਐਂਟਰਟੇਨਮੈਂਟ ਪਰਪਸ ਦੇ ਲਈ। ਅਤੇ ਥੀਮ ਪਾਰਕ ਟਾਈਪ ਆਫ ਅਮਿਊਜ਼ਮੈਂਟ ਦੈਟ ਬੇਸਿਸ ਇਟ ਸਟਰਕਚਰ ਐਂਡ ਅਟਰੈਕਸ਼ਨ। ਉਹਦਾ ਮਤਲਬ ਸਟਰਕਚਰ ਜਾਂ ਅਟਰੈਕਸ਼ਨ ਹੀ ਐਵੇਂ ਦੀ ਕਿਸੇ ਪਰਟੀਕੂਲਰ ਥੀਮ 'ਤੇ ਬਣੀ ਹੁੰਦੀ ਹੈਗੀ। often featuring multiple areas with different themes। ਕਾਫੀ ਵੱਡਾ ਹੁੰਦਾ ਇਹ ਅਤੇ ਕਾਫੀ ਇਹਦੇ ਏਰੀਆਜ਼ ਹੁੰਦੇ ਨੇਗੇ ਅਤੇ ਜਿਹੜੇ ਕਿ ਅਲੱਗ-ਅਲੱਗ ਥੀਮਸ ਦੇ ਉੱਪਰ ਬਣੇ ਹੁੰਦੇ ਨੇ। ਐਂਡ ਇੰਡੀਆ ਦੇ ਵਿੱਚ ਤੁਸੀਂ ਸਰਚ ਕਰਕੇ ਦੇਖਿਓ, ਬੰਗਲੌਰ ਦੇ ਵਿੱਚ ਕਾਫੀ ਵੱਡਾ ਅਮਿਊਜ਼ਮੈਂਟ ਪਾਰਕ ਬਣਿਆ ਹੋਇਆ। ਨੈਕਸਟ ਹੈ ਕੈਸੀਨੋਜ਼। ਕੈਸੀਨੋਜ਼ ਕੀ ਹੁੰਦਾ? ਗੇਮਸ ਅਵੇਲੇਬਲ ਇਨ ਮੋਸਟ ਕੈਸੀਨੋਜ਼ ਆਰ ਕਾਮਨਲੀ ਕਾਲਡ ਕੈਸੀਨੋ ਗੇਮਸ। ਕੈਸੀਨੋ ਦੇ ਵਿੱਚ ਲੋਕ ਨੇ ਜਿਹੜੇ ਉਹ ਗੇਮਸ ਖੇਡਣ ਦੇ ਲਈ ਜਾਂਦੇ ਨੇ, ਐਂਡ ਜਿਹੜੀਆਂ ਗੇਮਸ ਉੱਥੇ ਅਵੇਲੇਬਲ ਨੇ ਉਹਨੂੰ ਅਸੀਂ ਕੈਸੀਨੋ ਗੇਮਸ ਕਹਿੰਦੇ ਹਾਂ। ਇਨ ਅ ਕੈਸੀਨੋ ਗੇਮ ਦ ਪਲੇਅਰਸ ਗੈਂਬਲ ਕੈਸ਼ ਔਰ ਕੈਸੀਨੋ ਚਿਪਸ ਔਨ ਵੇਰੀਅਸ ਪੋਸੀਬਲ ਰੈਂਡਮ ਆਊਟਕਮਸ ਔਰ ਕੰਬੀਨੇਸ਼ਨ ਆਫ ਆਊਟਕਮਸ। ਇਹ ਤੁਸੀਂ ਦੇਖਿਆ ਹੋਣਾ ਮੂਵੀਜ਼ ਦੇ ਵਿੱਚ ਵੀ। ਐਂਡ ਇਹ ਵੈਸੇ
ਇਹਨਾਂ ਨੂੰ ਚਲਾਉਣ ਦੇ ਲਈ ਪ੍ਰੋਪਰ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ। ਵਿਦਆਊਟ ਲਾਇਸੈਂਸ ਇਹ ਨਹੀਂ ਚੱਲਦੇ। ਐਂਡ ਇਹਦੇ ਵਿੱਚ ਜਿਹੜੇ ਲੋਕ ਨੇ ਉਹ ਲੀਗਲੀ ਜਿਹੜਾ ਜੂਆ ਖੇਡਦੇ ਨੇਗੇ। ਐਂਡ ਤੁਸੀਂ ਦੇਖਿਆ ਹੋਣਾ ਜਿਵੇਂ ਵੀ ਉਹ ਗੇਮ ਚੱਲਦੀ ਹੈ ਕਿ ਰੈਂਡਮਲੀ ਉਹ ਇੱਕ ਨੰਬਰ 'ਤੇ ਆਉਂਦੀ ਆ। ਐਂਡ ਜਿਵੇਂ ਵੀ ਇਹ ਮਤਲਬ ਗੇਮ ਚੱਲਦੀ ਆ, ਉਹ ਗੇਮਸ ਹੁੰਦੀਆਂ ਨੇ ਇੱਥੇ। ਕੈਸੀਨੋ ਗੇਮਸ ਆਰ ਆਲਸੋ ਅਵੇਲੇਬਲ ਇਨ ਔਨਲਾਈਨ ਕੈਸੀਨੋਜ਼। ਨਾਓ ਡੇਜ਼ ਔਨਲਾਈਨ ਜਿਹੜਾ ਕਾਫੀ ਟਰੈਂਡਿੰਗ ਦੇ ਵਿੱਚ ਆ। ਐਂਡ ਔਨਲਾਈਨ ਕੈਸੀਨੋਜ਼ ਨੇ ਜਿਹੜੇ ਉਹ ਵੀ ਗੇਮਸ ਪ੍ਰੋਵਾਈਡ ਕਰਦੇ ਨੇ ਵੇਅਰ ਪਰਮਿਟਡ ਬਾਈ ਲਾਅ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਪਰਮਿਸ਼ਨ ਲਈ ਹੁੰਦੀ ਹੈ ਇਹਨਾਂ ਦੀ, ਉਹੀ ਕੈਸੀਨੋਜ਼ ਨੇ ਜਿਹੜੇ ਚਲਾ ਸਕਦੇ ਨੇ। Casino games are also be played outside casinos for entertainment purpose, like in parties or in school competitions. Some on machines that stimulate gambling. ਜਿਹੜੀ ਇਹ ਚਲਾ ਸਕਦੀਆਂ ਨੇ ਇਹ ਮਸ਼ੀਨਸ, ਅਗਰ ਉਹ ਅਵੇਲੇਬਲ ਨੇ ਆਊਟਸਾਈਡ ਵੀ ਕੈਸੀਨੋਸ ਤੋਂ, ਤਾਂ ਅਸੀਂ ਪਲੇ ਕਰ ਸਕਦੇ ਹਾਂ। ਹੈਰੀਟੇਜ ਸਾਈਟਸ ਕੀ ਹੁੰਦੀਆਂ ਨੇ? ਹਿਸਟੋਰਿਕ ਸਾਈਟ ਵੀ ਕਹਿ ਸਕਦੇ ਹਾਂ ਅਸੀਂ ਇਹਨਾਂ ਨੂੰ। ਔਰ ਹੈਰੀਟੇਜ ਸਾਈਟ ਇਜ਼ ਐਨ ਓਫੀਸ਼ੀਅਲ ਲੋਕੇਸ਼ਨ ਵੇਅਰ ਪੀਸਿਸ ਆਫ ਪੋਲੀਟੀਕਲ, ਮਿਲੀਟਰੀ, ਕਲਚਰਲ ਔਰ ਸੋਸ਼ਲ ਹਿਸਟਰੀ ਹੈਵ ਬੀਨ ਪ੍ਰੀਜ਼ਰਵਡ ਡਿਊ ਟੂ ਦੇਅਰ ਕਲਚਰਲ ਹੈਰੀਟੇਜ ਵੈਲਿਊ। ਜਿਹੜੇ ਕਿ ਸਾਡੇ ਕਲਚਰਲ ਜਾਂ ਫਿਰ ਸਾਡੀਆਂ ਪੁਰਾਣੀਆਂ ਜੋ ਵੀ ਸਾਡਾ ਕਲਚਰ ਆ, ਮਿਲਟਰੀ ਆਈਟਮਸ ਨੇ ਜਾਂ ਸੋਸ਼ਲ ਹਿਸਟਰੀ ਆ, ਜਿਨ੍ਹਾਂ ਨੂੰ ਇੱਕ ਜਗ੍ਹਾ 'ਤੇ ਪ੍ਰੀਜ਼ਰਵ ਕਰਕੇ ਸੰਭਾਲ ਕੇ ਰੱਖਿਆ ਜਾਂਦਾ, ਉਹ ਹੁੰਦੀਆਂ ਨੇ ਹਿਸਟੋਰੀਕਲ ਸਾਈਟਸ। ਹਿਸਟੋਰਿਕ ਸਾਈਟ ਮੇ ਬੀ ਐਨੀ ਬਿਲਡਿੰਗ। ਇਹ ਕੋਈ ਵੀ ਬਿਲਡਿੰਗ ਹੋ ਸਕਦੀ ਹੈ ਜਾਂ ਲੈਂਡਸਕੇਪ ਹੋ ਸਕਦੀ ਹੈ, ਕੋਈ ਵੀ ਸਾਈਟ ਹੋ ਸਕਦੀ ਹੈ, ਸਟਰਕਚਰ ਹੋ ਸਕਦਾ, ਲੋਕਲ ਵੀ ਹੋ ਸਕਦਾ, ਰੀਜਨਲ ਵੀ ਹੋ ਸਕਦਾ ਔਰ ਨੈਸ਼ਨਲ ਸਿਗਨੀਫਿਕੈਂਸ ਵੀ ਹੋ ਸਕਦੀ ਹੈ। ਨੈਕਸਟ ਹੈ ਫੇਅਰਸ ਐਂਡ ਫੈਸਟੀਵਲਸ। ਫੇਅਰਸ ਐਂਡ ਫੈਸਟੀਵਲਸ ਹੁੰਦੇ ਕੀ ਨੇ? In a land of cultural and geographical diversities, one gets to enjoy and experience wide varieties of cultures, fairs and festivals, and India is the epitome of such experiences. ਇੰਡੀਆ ਜਿਹੜਾ ਉਹ ਇੱਕ ਮਲਟੀ ਕਲਚਰਲ ਕੰਟਰੀ ਆ ਐਂਡ ਡਾਇਵਰਸਿਟੀ ਇਨ ਨੇਚਰ ਐਜ਼ ਵੈਲ ਐਜ਼ ਪੀਪਲ ਆ। ਇੱਥੇ ਜਿਹੜੇ ਲੋਕ ਨੇ ਉਹ ਵੱਖ-ਵੱਖ ਧਰਮਾਂ ਤੋਂ, ਜ਼ਾਤਾਂ ਤੋਂ ਰਹਿੰਦੇ ਨੇ। ਇਸ ਕਰਕੇ ਹਰ ਇੱਕ ਦਾ ਆਪਣਾ ਕਲਚਰ ਆ, ਆਪਣੀਆਂ ਵੈਲਿਊਜ਼ ਨੇ, ਆਪਣੇ ਐਥਿਕਸ ਨੇ, ਠੀਕ ਹੈ। ਉਹ ਸਾਰੇ ਕੀ ਨੇ, ਆਪਣਾ ਆਪਣਾ ਫੇਅਰ ਜਾਂ ਫੈਸਟੀਵਲਸ ਨੇ ਜਿਹੜੇ ਉਹ ਸੈਲੀਬ੍ਰੇਟ ਕਰਦੇ ਨੇ। ਐਂਡ ਇੰਡੀਆ ਦੇ ਵਿੱਚ ਸਾਨੂੰ ਵਾਈਡ ਰੇਂਜ ਆਫ ਕਲਚਰ ਦੀ ਅਤੇ ਫੇਅਰ ਅਤੇ ਫੈਸਟੀਵਲਸ ਦੀ ਦੇਖਣ ਨੂੰ ਮਿਲਦੀ ਆ। ਕੰਟਰੀ ਵੇਅਰ ਆਫਟਰ ਐਵਰੀ 100 ਕਿਲੋਮੀਟਰ ਯੂ ਆਰ embraced by a new culture identity, one gets to enjoy diverse backgrounds. ਹਰ ਇੱਕ 100 ਕਿਲੋਮੀਟਰ ਤੋਂ ਬਾਅਦ ਸਾਨੂੰ ਇੱਕ ਨਵਾਂ ਕਲਚਰ ਦੇਖਣ ਨੂੰ ਮਿਲਦਾ, ਉਹਨਾਂ ਦਾ ਜਿਹੜਾ ਬੈਕਗਰਾਊਂਡ ਆ ਉਹ ਇੰਜੋਏ ਕਰਨ ਨੂੰ ਮਿਲਦਾ, ਉਹਨਾਂ ਦੇ ਬਿਲੀਵਸ ਐਂਡ ਹੈਰੀਟੇਜ, ਇਹ ਸਾਰੀਆਂ ਚੀਜ਼ਾਂ ਬਾਰੇ ਜਾਣਨ ਨੂੰ ਮਿਲਦਾ। These fairs and festivals are part of the intersync culture fabric of our society as well as continuation of our heritage. ਜਿਹੜੇ ਸਾਡੇ ਫੇਅਰਸ ਐਂਡ ਫੈਸਟੀਵਲਸ ਨੇ ਉਹ ਸਾਨੂੰ ਸਾਡੀਆਂ ਜਿਹੜੀਆਂ ਰੂਟਸ ਨੇ ਉਹਦੇ ਨਾਲ ਜੋੜ ਕੇ ਰੱਖਦੇ ਨੇ, ਸਾਨੂੰ ਸਾਡੇ ਪੁਰਾਣੇ ਹੈਰੀਟੇਜ ਬਾਰੇ, ਕਲਚਰ ਬਾਰੇ ਜਾਣੂ ਕਰਵਾਉਂਦੇ ਨੇ। ਇਟ ਇਜ਼ ਇਨ ਦ ਸਪਿਰਿਟ ਦੈਟ ਵੀ ਬ੍ਰਿੰਗ ਟੂ ਯੂ ਸਮ of the vibrant, fascinating and most beautiful fairs and festivals of India that are organized and enthusiastically celebrated across the country. ਇੰਡੀਆ ਦੇ ਵਿੱਚ ਕੀ ਆ, ਆਲ ਓਵਰ ਦਾ ਈਅਰ ਕੋਈ ਨਾ ਕੋਈ ਜਿਹੜਾ ਫੈਸਟੀਵਲ ਆ ਜਾਂ ਫੇਅਰ ਆ ਉਹ ਸੈਲੀਬ੍ਰੇਟ ਕਰਦੇ ਨੇ ਇੰਡੀਅਨ ਪੀਪਲ। ਨੈਕਸਟ ਹੈ ਟਾਈਪਸ ਆਫ ਅਕੋਮੋਡੇਸ਼ਨ। ਅਕੋਮੋਡੇਸ਼ਨ ਆ ਜਿਹੜਾ ਉਹ ਕਿੰਨੀ ਤਰ੍ਹਾਂ ਦਾ ਹੁੰਦਾ, ਰਿਹਾਇਸ਼ ਆ ਉਹ ਕਿੰਨੀ ਤਰ੍ਹਾਂ ਦੀ ਹੁੰਦੀ ਆ। there are the different types of accommodation in tourism industries. ਆ ਸਾਰੀਆਂ ਜਿਹੜੀਆਂ ਅਕੋਮੋਡੇਸ਼ਨ ਦੇ ਟਾਈਪਸ ਨੇ, ਰਿਹਾਇਸ਼ ਦੀਆਂ ਕਿਸਮਾਂ ਨੇ। ਸਭ ਤੋਂ ਫਸਟ ਨੰਬਰ 'ਤੇ ਨਾ ਕੈਟਰਡ ਅਕੋਮੋਡੇਸ਼ਨ। ਕੈਟਰਡ ਅਕੋਮੋਡੇਸ਼ਨ ਜਿਹਦੇ ਵਿੱਚ ਸਾਨੂੰ ਰਹਿਣ ਦੇ ਨਾਲ ਨਾਲ ਫੂਡ ਵੀ ਪ੍ਰੋਵਾਈਡ ਹੁੰਦਾ। ਹੋਟੇਲਸ ਨੇ। ਬੈੱਡ ਐਂਡ ਬ੍ਰੇਕਫਾਸਟ ਆ ਜਿਹਦੇ ਵਿੱਚ ਕਿ ਸਾਨੂੰ ਇੱਕ ਬੈੱਡ ਪ੍ਰੋਵਾਈਡ ਹੁੰਦਾ, ਪਲੱਸ ਸਾਨੂੰ ਨਾਲ ਬ੍ਰੇਕਫਾਸਟ ਆ ਜਿਹੜਾ ਉਹ ਵੀ ਪ੍ਰੋਵਾਈਡ ਹੁੰਦਾ। ਗੈਸਟ ਹਾਊਸਿਸ ਨੇ, ਹੋਮ ਸਟੇਜ਼ ਨੇ, ਚੈਲਟਸ ਨੇ, ਯੂਥ ਹੋਸਟਲਸ ਨੇ ਜਿਨ੍ਹਾਂ ਨੇ ਥੋੜ੍ਹੇ ਜ਼ਿਆਦਾ ਲੰਬੇ ਸਮੇਂ ਦੇ ਲਈ ਰਹਿਣਾ, ਉਹ ਯੂਥ ਹੋਸਟਲਸ ਯੂਜ਼ ਕਰਦੇ ਨੇ। ਐਂਡ ਇਟਸ ਚੀਪਰ। ਸੈਲਫ ਕੈਟਰਡ ਔਰ ਨਾਨ ਕੈਟਰਡ ਅਕੋਮੋਡੇਸ਼ਨ ਵੀ ਆ। ਕਾਟੇਜਿਸ ਨੇ, ਅਪਾਰਟਮੈਂਟਸ, ਬੋਟਸ, ਲੌਗ ਕੈਬਿਨਸ, ਮੋਟੇਲਸ, ਅਪਾਰਟ ਹੋਟੇਲਸ, ਕਾਰਵਨਸ, ਸਟੈਟਿਕ ਔਰ ਟੂਰਿੰਗ ਮੋਟਰ ਹੋਮਸ,
ਕੈਂਪਿੰਗ ਟੈਂਟਸ, ਯਰਟਸ, ਟੀਪੀਸ ਐਸੈਕਟਰਾ। ਇਹ ਸਾਰੇ ਕੀ ਨੇ ਇਹ ਸਾਰੇ ਰਿਹਾਇਸ਼ੀ ਜਗ੍ਹਾ ਨੇ ਜਿੱਥੇ ਕੋਈ ਵੀ ਜਿਹੜਾ ਟੂਰਿਸਟ ਆ ਉਹ ਆ ਕੇ ਰਹਿ ਸਕਦਾ। ਹੁਣ ਨੈਕਸਟ ਹੈ ਟਾਈਪਸ ਆਫ ਰੂਮਸ ਇਨ ਹੋਟੇਲਸ। ਹੋਟੇਲਸ ਦੇ ਵਿੱਚ ਰੂਮਸ ਨੇ ਜਿਹੜੇ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਡਿਫਰੈਂਟ ਟਾਈਪ ਆਫ ਰੂਮਸ, ਸਿੰਗਲ ਰੂਮ ਜਿਹੜਾ ਕਿ ਸਿੰਗਲ ਪਰਸਨ ਦੇ ਲਈ ਹੁੰਦਾ ਐਂਡ ਸਿੰਗਲ ਬੈੱਡ ਲੱਗਿਆ ਹੁੰਦਾ। ਕਿੰਗ ਬੈੱਡ ਰੂਮ ਜਿਹਦੇ ਵਿੱਚ ਕਿੰਗ ਸਾਈਜ਼ ਬੈੱਡ ਲੱਗਿਆ ਹੁੰਦਾ। ਟਵਿਨ ਰੂਮ ਜਿਹੜਾ ਕਿ 2 ਜਣਿਆਂ ਦੇ ਲਈ ਹੁੰਦਾ ਬਟ ਸਿੰਗਲ ਜਿਹੜੇ ਬੈੱਡ ਨੇ ਉਹ ਲੱਗੇ ਹੁੰਦੇ ਨੇ 2 ਜਣਿਆਂ ਦੇ ਲਈ। ਇੰਟਰਕੋਨੈਕਟਿਡ ਰੂਮ ਜਿਹੜਾ ਕਿ ਇੱਕ ਰੂਮ ਦੇ ਨਾਲ ਦੂਸਰਾ ਰੂਮ ਜੁੜਿਆ ਹੁੰਦਾ। ਐਡਜੁਆਇਨਿੰਗ ਰੂਮ ਵੀ ਸੇਮ ਹੁੰਦਾ, ਇੱਕ ਰੂਮ ਦੇ ਨਾਲ ਦੂਸਰਾ ਰੂਮ। ਐਂਡ ਹਾਲੀਵੁੱਡ ਟਵਿਨ ਰੂਮ ਹੁੰਦਾ ਜਿਸ ਦੇ ਵਿੱਚ ਇੱਕ ਨੀਚੇ ਐਂਡ ਇੱਕ ਉੱਪਰ ਜਿਹੜਾ ਬੈੱਡ ਨੇ ਜਿਹੜੇ ਉਹ ਲਗਾਏ ਹੁੰਦੇ ਨੇ। ਹਾਲੀਵੁੱਡ ਟਵਿਨ ਰੂਮ, ਲੈਨਾਈ ਰੂਮ, ਸਵੀਟ ਰੂਮ ਹੁੰਦਾ ਹੋਟੇਲ ਦੇ ਵਿੱਚ ਸਭ ਤੋਂ ਵੱਡਾ ਰੂਮ ਹੁੰਦਾ। ਡੁਪਲੈਕਸ ਰੂਮ, ਕਬਾਨਾ ਰੂਮ, ਸਟੂਡੀਓ ਰੂਮ, ਐਫੀਸ਼ੀਐਂਸੀ ਰੂਮ ਜਿਹਦੇ ਨਾਲ ਕਿਚਨ ਦੀ ਫੈਸਿਲਿਟੀ ਵੀ ਦਿੱਤੀ ਹੁੰਦੀ ਹੈ, ਹੌਸਪਿਟੈਲਿਟੀ ਰੂਮ। ਹੁਣ ਫਰੰਟ ਆਫਿਸ ਕੀ ਹੁੰਦਾ ਜਿੱਥੇ ਕੋਈ ਵੀ ਜਿਹੜਾ ਟੂਰਿਸਟ ਆ ਉਹ ਜਾਂਦਾ ਐਂਡ ਇਹਨੂੰ ਆਪਾਂ ਹਾਰਟ ਆਫ ਦਾ ਹੋਟੇਲ ਵੀ ਕਹਿੰਦੇ ਹਾਂ। ਸਭ ਤੋਂ ਫਸਟ ਜਿਹੜਾ ਇੱਕ ਟੂਰਿਸਟ ਜਾ ਕੇ ਜਿਹਨੂੰ ਮਿਲਦਾ ਉਹ ਹੁੰਦਾ ਫਰੰਟ ਆਫਿਸ। ਜਿਹੜੇ ਫਰੰਟ ਆਫਿਸ ਦੀਆਂ ਡਿਊਟੀਜ਼ ਐਂਡ ਰਿਸਪੋਂਸੀਬਿਲਿਟੀਜ਼ ਕੀ ਨੇ, ਇਹ ਕੀ ਕਰਦਾ, ਆਪਣੇ ਜਿਹੜੇ ਗੈਸਟ ਨੇ ਉਹਦਾ ਵੈਲਕਮ ਕਰਦਾ ਐਂਡ ਫੋਨ ਕਾਲਸ ਨੂੰ ਆਨਸਰ ਕਰਦਾ, ਮੈਸੇਜਿਸ ਰਿਸੀਵ ਕਰਦਾ ਅਤੇ ਸਾਰੇ ਫਾਈਲਸ ਰਿਕਾਰਡ ਸਾਰਾ ਮੇਨਟੇਨ ਕਰਕੇ ਰੱਖਦਾ, ਬੁਕਿੰਗਸ ਕਰਦਾ ਗੈਸਟ ਦੀਆਂ, ਰਿਜ਼ਰਵੇਸ਼ਨਸ ਕਰਦਾ ਐਂਡ ਬਾਕੀ ਜਿਹੜੇ ਹੋਰ ਵੀ ਡਿਪਾਰਟਮੈਂਟ ਨੇ ਉਹਨਾਂ ਨਾਲ ਤਾਲਮੇਲ ਬਣਾ ਕੇ ਰੱਖਦਾ। ਫੰਕਸ਼ਨਸ ਨੈਕਸਟ ਹੈ ਟਰੈਵਲ ਡੈਸਕ ਕੀ ਹੁੰਦਾ। ਟਰੈਵਲ ਡੈਸਕ ਇਜ਼ ਅ ਵੈਰੀ ਫਾਸਟ ਫੀਲਡ ਜਨਰਲੀ। ਰਿਸਪੋਂਸੀਬਿਲਿਟੀਜ਼ ਕਿਹੜੀਆਂ ਨੇ, ਹੋਟੇਲ ਬੁਕਿੰਗ ਇਨ ਅਦਰ ਸਿਟੀਜ਼, ਕਿਸੇ ਹੋਰ ਸਿਟੀਜ਼ ਦੇ ਵਿੱਚ ਹੋਟੇਲ ਦਾ ਜਿਹੜਾ ਰੂਮਸ ਨੇ ਉਹ ਬੁੱਕ ਕਰਦਾ। ਕੈਬ ਦੀਆਂ ਬੁਕਿੰਗਸ ਕਰਦਾ। ਟ੍ਰੇਨ, ਬੱਸ ਐਂਡ ਫਲਾਈਟ ਬੁਕਿੰਗ ਕਰਦਾ। ਵੀਜ਼ਾ ਪ੍ਰੋਸੈਸ ਕਰਦਾ, ਵੀਜ਼ਾ ਲੈਣ ਦੇ ਵਿੱਚ ਹੈਲਪ ਕਰਦਾ। ਲੋਕਲ ਸਾਈਟਸਿੰਗ ਅਰੇਂਜਮੈਂਟ, ਕਿਸੇ ਪਰਸਨ ਨੇ ਘੁੰਮਣ ਦੇ ਲਈ ਲੋਕਲ ਸਾਈਟਸਿੰਗ ਦੇ ਲਈ ਜਾਣਾ ਉਹਦੀਆਂ ਅਰੇਂਜਮੈਂਟਸ ਬਣਾਉਂਦਾ। ਸ਼ਟਲ ਸਰਵਿਸ ਅਰੇਂਜਮੈਂਟ, ਜਿਹੜੀਆਂ ਸ਼ਟਲ ਬੱਸਿਸ ਚੱਲਦੀਆਂ ਨੇ ਉਹਨਾਂ ਦਾ ਅਰੇਂਜਮੈਂਟ ਕਰਦਾ। And that's all about today's lecture. I hope you will understand. Thank you.